ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਖਬਰਾਂ ਉੱਪਰ। ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਮਿਲੇਗਾ ਵਰਕ ਪਰਮਿਟ। ਕੈਨੇਡਾ ਤੋਂ ਹੋਇਆ ਵੱਡਾ ਐਲਾਨ। ਟੀਆਰ ਨੂੰ ਮਿਲੀ ਰਾਹਤ। ਕੀਤੀ ਕੈਨੇਡਾ ਨੇ ਖਤਮ ਬਾਇਓਮੈਟ੍ਰਿਕਸ ਦੀ ਛੋਟ ਖਤਮ ਕਰਨ ਦਾ ਐਲਾਨ। ਅੰਤਰਰਾਸ਼ਟਰੀ ਰੋਮਿੰਗ ਫੀਸ ਵਿੱਚ ਵਾਧਾ। ਟੈਲੀਕਾਮ ਕੰਪਨੀ ਨੇ ਕੀਤਾ ਐਲਾਨ। ਕੈਨੇਡਾ ਤੋਂ ਪੰਜਾਬ ਆਉਣ ਵਾਲਿਆਂ ਲਈ ਖੁਸ਼ਖਬਰੀ। ਟੋਰਾਂਟੋ ਤੋਂ ਅੰਮ੍ਰਿਤਸਰ ਵਿੱਚ ਉਡਾਨ ਸ਼ੁਰੂ। ਵਿਜ਼ਿਟਰ ਵੀਜ਼ਾ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਇਸ ਹਫ਼ਤੇ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਜਿਹੜੇ ਵਿਜ਼ਿਟਰ ਵੀਜ਼ਾ ਵਾਲੇ ਨੇ ਉਹ ਵੀ ਕੈਨੇਡਾ ਦਾ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਇਹ ਜੋ ਨਿਯਮ ਸੀ ਉਹ IRCC ਵੱਲੋਂ ਕਰੋਨਾ ਕਾਲ ਦੌਰਾਨ ਲਿਆਂਦਾ ਗਿਆ ਤੇ ਇੱਕ ਵਾਰ ਫਿਰ ਤੋਂ ਇਸ ਵਿੱਚ ਵਾਧਾ ਕੀਤਾ ਗਿਆ, ਜਿਸ ਤਹਿਤ ਜਿਹੜੇ ਕੈਨੇਡਾ ਵਿੱਚ ਵਿਜ਼ਿਟਰ ਵੀਜ਼ਾ ਦੇ ਉੱਪਰ ਰਹਿ ਰਹੇ ਨੇ ਉਹ ਵੀ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਉਹਨਾਂ ਵਾਸਤੇ ਕੁਝ ਸ਼ਰਤਾਂ ਨੇ ਜੋ ਤੁਹਾਡੇ ਨਾਲ ਇਸ ਖਬਰ ਵਿੱਚ ਸਾਂਝੀਆਂ ਕਰਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਿਜ਼ਿਟਰਸ ਵਾਸਤੇ ਇੱਕ ਨਵਾਂ ਫੈਸਲਾ ਲਿਆ ਗਿਆ, ਜਿੱਥੇ ਵਿਜ਼ਿਟਰਸ ਨੂੰ ਵੀ ਹੁਣ ਵਰਕ ਪਰਮਿਟ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਬਾਰੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਜਿਹੜੇ ਵੀ ਕੈਨੇਡਾ ਵਿੱਚ ਵਿਜ਼ਿਟਰ ਵੀਜ਼ਾ ਉੱਪਰ ਆਉਂਦੇ ਨੇ ਤਾਂ ਕੈਨੇਡਾ ਵਿੱਚ ਰਹਿੰਦਿਆਂ ਜੇਕਰ ਉਹਨਾਂ ਨੂੰ ਜੌਬ ਆਫਰ ਮਿਲਦਾ ਹੈ ਤਾਂ ਉਹ ਵੀ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਣਗੇ। ਦੱਸੀਏ ਕਿ ਕੋਰੋਨਾ ਵਾਇਰਸ ਦੌਰਾਨ ਸਰਕਾਰ ਵੱਲੋਂ ਜੋ ਇੱਕ ਪਾਲਿਸੀ ਲਿਆਂਦੀ ਗਈ ਸੀ ਉਸ ਨੂੰ ਅੱਗੇ ਵਧਾਇਆ ਗਿਆ। ਇਸ ਪਾਲਿਸੀ ਦੀ ਮਿਆਦ ਅੱਜ ਖਤਮ ਹੋਣ ਵਾਲੀ ਸੀ, ਪਰ ਹੁਣ ਇਸ ਵਿੱਚ ਅੱਗੇ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ IRCC ਵੱਲੋਂ ਦੱਸਿਆ ਗਿਆ ਹੈ ਕਿ ਇਸ ਤਹਿਤ ਅਪਲਾਈ ਕਰਨ ਵਾਸਤੇ ਕਿਹੜੀਆਂ ਸ਼ਰਤਾਂ ਹੋਣੀਆਂ ਜ਼ਰੂਰੀ ਨੇ। ਇਨ੍ਹਾਂ ਵਿਜ਼ਿਟਰਸ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਕੋਲ ਕੈਨੇਡਾ ਦਾ ਇੱਕ ਵੈਲਿਡ ਸਟੇਟਸ ਹੋਵੇ, ਉਹਨਾਂ ਕੋਲ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦਾ ਜੌਬ ਆਫਰ ਹੋਣਾ ਚਾਹੀਦਾ ਹੈ। ਇਨ੍ਹਾਂ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ 28 ਫਰਵਰੀ 2025 ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਦੇਣ। ਇਸ ਤੋਂ ਇਲਾਵਾ ਹੋਰ ਵੀ ਜੋ ਕ੍ਰਾਈਟੇਰੀਆ ਹੈ ਉਸ ਨੂੰ ਪੂਰਾ ਕਰਨਾ ਜ਼ਰੂਰੀ ਹੋਵੇਗਾ, ਜਿਸ ਦੀ ਡੀਟੇਲ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਟੀਆਰ ਨੂੰ ਜੋ ਕੈਨੇਡਾ ਵੱਲੋਂ ਰਾਹਤ ਦਿੱਤੀ ਗਈ ਸੀ ਉਸ ਨੂੰ ਇਸ ਹਫ਼ਤੇ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਬਾਇਓਮੈਟ੍ਰਿਕਸ ਦੇ ਸੰਬੰਧ ਵਿੱਚ ਟੀਆਰ ਨੂੰ ਰਾਹਤ ਮਿਲੀ ਸੀ, ਪਰ ਹੁਣ IRCC ਦਾ ਕਹਿਣਾ ਹੈ ਕਿ ਜਿਹੜੇ ਟੀਆਰ ਨੇ ਉਹਨਾਂ ਨੂੰ ਵੀ ਬਾਇਓਮੈਟ੍ਰਿਕਸ ਕਰਵਾਉਣੇ ਪੈਣਗੇ। ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਸਰਕਾਰ ਵੱਲੋਂ ਜੋ ਰਾਹਤ ਦਿੱਤੀ ਗਈ ਉਸ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਇਸ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੋਵਿਡ ਦੌਰਾਨ ਕੈਨੇਡਾ ਵਿੱਚ ਰਹਿਣ ਵਾਲੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਜੋ ਬਾਇਓਮੈਟ੍ਰਿਕਸ ਦੀ ਛੂਟ ਦਿੱਤੀ ਗਈ ਸੀ ਉਸ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਐਲਾਨ ਤੋਂ ਬਾਅਦ ਹੁਣ ਇਨ੍ਹਾਂ ਬਿਨੇਕਾਰਾਂ ਨੂੰ ਆਪਣੀ ਅਰਜ਼ੀ ਵਾਸਤੇ ਬਾਇਓਮੈਟ੍ਰਿਕਸ ਕਰਵਾਉਣੇ ਪੈਣਗੇ। ਮੰਤਰਾਲੇ ਵੱਲੋਂ 23 ਫਰਵਰੀ ਤੋਂ ਅਰਜ਼ੀ ਦੇਣ ਵਾਲੇ ਬਿਨੇਕਾਰਾਂ ਨੂੰ ਬਾਇਓਮੈਟ੍ਰਿਕਸ ਕਰਵਾਉਣ ਨੂੰ ਕਿਹਾ ਗਿਆ ਹੈ। ਦੱਸੀਏ ਕਿ ਟੈਂਪਰੇਰੀ ਰੈਜ਼ੀਡੈਂਸੀ ਕੈਟੇਗਰੀ ਵਿੱਚ ਸਟੱਡੀ ਵੀਜ਼ਾ, ਵਰਕ ਪਰਮਿਟ ਦੀ ਅਰਜ਼ੀ ਜਾਂ ਫਿਰ ਐਕਸਟੈਂਸ਼ਨ ਦੀ ਅਰਜ਼ੀ ਸ਼ਾਮਿਲ ਹੈ। 15 ਜੁਲਾਈ 2020 ਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡਾ ਦੇ ਅੰਦਰ ਟੈਂਪਰੇਰੀ ਰੈਜ਼ੀਡੈਂਸ ਵਾਸਤੇ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਬਾਇਓਮੈਟ੍ਰਿਕਸ ਦੇਣ ਤੋਂ ਅਸਥਾਈ ਤੌਰ ਤੇ ਛੋਟ ਦੇਣ ਦਾ ਐਲਾਨ ਕੀਤਾ। ਇਹ ਨੀਤੀ ਕੋਵਿਡ-19 ਪੈਂਡੇਮਿਕ ਦੌਰਾਨ ਲਿਆਂਦੀ ਗਈ। ਦੱਸੀਏ ਕਿ ਕੈਨੇਡਾ ਵੱਲੋਂ ਜੁਲਾਈ ਸਾਲ 2018 ਵਿੱਚ ਦੇਸ਼ ਅੰਦਰ ਦਾਖਲ ਹੋਣ ਵਾਸਤੇ ਬਾਇਓਮੈਟ੍ਰਿਕਸ ਦੀ ਸ਼ਰਤ ਲਾਜ਼ਮੀ ਕੀਤੀ। ਜਾਣਕਾਰੀ ਮੁਤਾਬਕ ਬਾਇਓਮੈਟ੍ਰਿਕਸ ਵਿੱਚ ਅੱਖਾਂ ਤੇ ਉਂਗਲੀਆਂ ਨੂੰ ਸਕੈਨ ਕੀਤਾ ਜਾਂਦਾ ਹੈ, ਜਿਸ ਦੀ ਮਦਦ ਵਿੱਚ ਬਿਨੇਕਾਰਾਂ ਦੇ ਦੋਸ਼ਾਂ, ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਆਦਿ ਬਾਰੇ ਪਤਾ ਲੱਗ ਜਾਂਦਾ ਹੈ। ਬਿਨੇਕਾਰ ਪੂਰੇ ਕੈਨੇਡਾ ਵਿੱਚ 70 ਤੋਂ ਵੱਧ ਸਰਵਿਸ ਕੈਨੇਡਾ ਸੈਂਟਰ ਕਲੈਕਸ਼ਨ ਸਾਈਟਾਂ ਤੋਂ ਕਿਸੇ ਵੀ ਥਾਂ ਤੇ ਆਪਣੇ ਬਾਇਓਮੈਟ੍ਰਿਕਸ ਦੇ ਸਕਦੇ ਨੇ। ਬਿਨੇਕਾਰਾਂ ਨੂੰ ਬਾਇਓਮੈਟ੍ਰਿਕਸ ਕਲੈਕਸ਼ਨ ਸਾਈਟ ਤੇ ਜਾਣ ਤੋਂ ਪਹਿਲਾਂ ਅਪਾਇੰਟਮੈਂਟ ਬੁੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਾਇਓਮੈਟ੍ਰਿਕਸ ਦੀ ਫੀਸ $85 ਹੈ ਤੇ ਬਾਇਓਮੈਟ੍ਰਿਕਸ 10 ਸਾਲ ਵਾਸਤੇ ਵੈਲਿਡ ਹੁੰਦੀ ਹੈ। ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਟੀਆਰ ਨੂੰ ਜੋ ਰਾਹਤ ਦਿੱਤੀ ਗਈ ਸੀ ਉਸ ਨੂੰ ਵਾਪਸ ਲਿਆ ਗਿਆ ਹੈ, ਜਿਸ ਦੀ ਡੀਟੇਲ ਉਹਨਾਂ ਵੱਲੋਂ ਸਾਂਝੀ ਕੀਤੀ ਗਈ। ਅੰਤਰਰਾਸ਼ਟਰੀ ਰੋਮਿੰਗ ਫੀਸ ਵਿੱਚ ਵਾਧੇ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋ ਵੱਡੀਆਂ ਕੰਪਨੀਆਂ ਵੱਲੋਂ ਇਸ ਹਫ਼ਤੇ ਐਲਾਨ ਕਰਦਿਆਂ ਦੱਸਿਆ ਗਿਆ ਕਿ ਜੇਕਰ ਤੁਸੀਂ ਅਮਰੀਕਾ ਵਿੱਚ ਜਾ ਕੇ ਫੋਨ ਦੀ ਵਰਤੋਂ ਕਰਦੇ ਹੋ ਜਾਂ ਫਿਰ ਬਾਕੀ ਦੇਸ਼ਾਂ ਦੇ ਵਿੱਚ ਤਾਂ ਤੁਹਾਨੂੰ ਕਿੰਨੀ ਕੀਮਤ ਪਹਿਲਾਂ ਦੇ ਮੁਕਾਬਲੇ ਵੱਧ ਦੇਣੀ ਪਏਗੀ। ਕੈਨੇਡਾ ਦੀਆਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ ਵੱਲੋਂ ਹੁਣ ਰੋਮਿੰਗ ਫੀਸ ਵਿੱਚ ਵਾਧਾ ਕੀਤਾ ਜਾਵੇਗਾ। ਇਹ ਕਦਮ ਉਹਨਾਂ ਵੱਲੋਂ ਅੰਤਰਰਾਸ਼ਟਰੀ ਰੋਮਿੰਗ ਫੀਸ ਸੰਬੰਧੀ ਚੁੱਕਿਆ ਜਾ ਰਿਹਾ ਹੈ। ਜੀ ਹਾਂ, ਕੈਨੇਡਾ ਦੀਆਂ ਇਹਨਾਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ ਦੁਆਰਾ ਕੈਨੇਡਾ ਤੋਂ ਬਾਹਰ ਮੋਬਾਈਲ ਸੇਵਾ ਵਰਤਣ ਵਾਲੇ ਗ੍ਰਾਹਕਾਂ ਤੋਂ ਵਧੇਰੇ ਫੀਸ ਹਾਸਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 8 ਮਾਰਚ ਤੋਂ ਟੈਲਸ ਆਪਣੇ ਗ੍ਰਾਹਕਾਂ ਨੂੰ ਅਮਰੀਕਾ ਵਿੱਚ ਆਪਣਾ ਫੋਨ ਚਲਾਉਣ ਤੇ ਪ੍ਰਤੀ ਦਿਨ $14 ਚਾਰਜ ਕਰੇਗਾ ਤੇ ਬਾਅਦ ਕਿਸੇ ਵੀ ਹੋਰ ਦੇਸ਼ ਵਿੱਚ ਰੋਮਿੰਗ ਫੀਸ $16 ਪ੍ਰਤੀ ਦਿਨ ਹੋਵੇਗੀ। ਪਹਿਲਾਂ ਅਮਰੀਕਾ ਵਿੱਚ ਫੋਨ ਵਰਤਣ ਤੇ $12 ਪ੍ਰਤੀ ਦਿਨ ਅਤੇ ਬਾਕੀ ਸਾਰੇ ਦੇਸ਼ਾਂ ਵਾਸਤੇ ਅੰਤਰਰਾਸ਼ਟਰੀ ਰੋਮਿੰਗ $15 ਪ੍ਰਤੀ ਦਿਨ ਸੀ। ਟੈਲਸ ਦੀ ਮਲਕੀਅਤ ਵਾਲੇ ਬ੍ਰਾਂਡ ਨੇ ਵੀ ਫੀਸ ਵਿੱਚ ਵਾਧਾ ਹੋਣ ਦੀ ਗੱਲ ਕਹੀ ਹੈ। ਦੂਸਰੀ ਵੱਡੀ ਟੈਲੀਕਾਮ ਕੰਪਨੀ ਬੈਲ ਨੇ ਵੀ ਅਜਿਹਾ ਹੀ ਫੈਸਲਾ ਕੀਤਾ ਹੈ।
ਅਮਰੀਕਾ ਵਿੱਚ ਰੋਮਿੰਗ ਰੇਟ $12 ਪ੍ਰਤੀ ਦਿਨ ਤੋਂ ਵਧਾ ਕੇ $13 ਕੀਤਾ ਜਾ ਰਿਹਾ ਹੈ ਤੇ ਬਾਕੀ ਦੇਸ਼ਾਂ ਵਾਸਤੇ ਅੰਤਰਰਾਸ਼ਟਰੀ ਰੋਮਿੰਗ $15 ਤੋਂ ਵਧਾ ਕੇ $16 ਪ੍ਰਤੀ ਦਿਨ ਕੀਤੀ ਜਾ ਰਹੀ ਹੈ। ਇਹ ਵਾਧਾ ਵੈਲ ਦੀ ਮਲਕੀਅਤ ਵਾਲੀ ਕੰਪਨੀ ਵਰਜਨ ਮੋਬਾਈਲ ਤੇ ਵੀ ਲਾਗੂ ਹੋਵੇਗਾ। ਰੋਜਰ ਟੈਲੀਕਾਮ ਵੱਲੋਂ ਫਿਲਹਾਲ ਅਜਿਹਾ ਕੋਈ ਵੀ ਸੰਕੇਤ ਨਹੀਂ ਦਿੱਤਾ ਗਿਆ ਕਿ ਉਹ ਰੋਮਿੰਗ ਫੀਸ ਵਿੱਚ ਵਾਧਾ ਕਰਨਗੇ। ਮੌਜੂਦਾ ਸਮੇਂ ਰੋਜਰਸ ਇਸ ਦੇ ਆਪਣੇ ਬ੍ਰਾਂਡ ਚੈਟਰ ਅਤੇ ਫਾਈਟਰੋ ਵੀ ਗ੍ਰਾਹਕਾਂ ਤੋਂ ਅਮਰੀਕਾ ਵਾਸਤੇ $12 ਪ੍ਰਤੀ ਦਿਨ ਰੋਮਿੰਗ ਫੀਸ ਅਤੇ ਬਾਕੀ ਦੇਸ਼ਾਂ ਵਾਸਤੇ $15 ਪ੍ਰਤੀ ਦਿਨ ਰੋਮਿੰਗ ਫੀਸ ਵਸੂਲਦੇ ਹਨ। ਟੈਲਸ ਨੇ ਕਿਹਾ ਹੈ ਕਿ ਉਹਨਾਂ ਨੂੰ ਜਵਾਬ ਦੇਣ ਵਾਸਤੇ ਅਜੇ ਹੋਰ ਸਮਾਂ ਚਾਹੀਦਾ ਹੈ। ਦੱਸ ਦਈਏ ਕਿ ਬੈਲ ਨੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਪਲਾਇਰਾਂ ਵੱਲੋਂ ਕੀਮਤਾਂ ਘਟਾਉਣ ਅਤੇ ਕਾਰੋਬਾਰ ਦੀਆਂ ਲਾਗਤਾਂ ਵਿੱਚ ਵਾਧਾ ਹੋਣ ਦੇ ਬਾਵਜੂਦ ਲੰਘੇ ਸਮੇਂ ਵਿੱਚ ਮੋਬਾਈਲ ਸੇਵਾਵਾਂ ਦੀਆਂ ਕੀਮਤਾਂ ਘਟੀਆਂ ਨੇ, ਪਰ ਬੈਲ ਨੇ ਇਸ ਗੱਲ ਦਾ ਕੋਈ ਵੀ ਵੇਰਵਾ ਨਹੀਂ ਦਿੱਤਾ। ਦੱਸ ਦਈਏ ਕਿ ਕਈ ਅੰਤਰਰਾਸ਼ਟਰੀ ਰਿਪੋਰਟਾਂ ਮੁਤਾਬਕ ਟੈਲੀਕਾਮ ਸੇਵਾਵਾਂ ਦੇ ਲਿਹਾਜ਼ ਨਾਲ ਕੈਨੇਡਾ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿੱਚੋਂ ਇੱਕ ਹੈ। ਕੈਨੇਡਾ ਦੇ ਟੈਲੀਕਾਮ ਪ੍ਰਦਾਤਾ ਆਪਣੇ ਨੈਟਵਰਕ ਨੂੰ ਵਧਾਉਣ, ਸਾਂਭ ਸੰਭਾਲ ਕਰਨ ਤੇ ਬਿਹਤਰ ਬਣਾਉਣ ਵਾਸਤੇ ਹਰ ਸਾਲ ਅਰਬਾਂ ਡਾਲਰ ਖਰਚ ਕਰਦੇ ਨੇ, ਜਿਨ੍ਹਾਂ ਖਰਚਿਆਂ ਵਿੱਚ ਦੇਸ਼ ਦੇ ਵਾਇਰਲੈਸ ਨੈਟਵਰਕਾਂ ਨੂੰ ਸਮੁੱਚੇ ਤੌਰ ਤੇ ਦੂਜੇ ਦੇਸ਼ਾਂ ਨਾਲੋਂ ਵਧੇਰੇ ਮਜ਼ਬੂਤ ਬਣਾਇਆ ਹੈ। ਕੈਨੇਡਾ ਤੋਂ ਪੰਜਾਬ ਦਾ ਸਫ਼ਰ ਕਰਨ ਵਾਲਿਆਂ ਲਈ ਇੱਕ ਵੱਡੀ ਖਬਰ ਇਸ ਹਫ਼ਤੇ ਸਾਹਮਣੇ ਆਈ ਹੈ, ਜਿੱਥੇ ਇਟਲੀ ਦੀ 에ਅਰਲਾਈਨ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਹੁਣ ਟੋਰਾਂਟੋ, ਨਿਊਯਾਰਕ ਤੋਂ ਅੰਮ੍ਰਿਤਸਰ ਤੱਕ ਉਡਾਨਾਂ ਚਲਾਈਆਂ ਜਾਣਗੀਆਂ। ਇਹ ਉਡਾਨ ਸਿੱਧੀ ਨਹੀਂ ਹੈ, ਇਹ ਡਾਇਰੈਕਟ ਫਲਾਈਟ ਨਹੀਂ ਹੈ, ਜਿਸ ਬਾਰੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੈਨੇਡਾ ਤੋਂ ਪੰਜਾਬ ਦਾ ਸਫ਼ਰ ਕਰਨ ਵਾਲੇ ਅਤੇ ਅਮਰੀਕਾ ਤੋਂ ਪੰਜਾਬ ਦਾ ਸਫ਼ਰ ਕਰਨ ਵਾਲੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਹੁਣ ਜਲਦ ਟੋਰਾਂਟੋ ਤੇ ਨਿਊਯਾਰਕ ਤੋਂ ਅੰਮ੍ਰਿਤਸਰ ਵਾਸਤੇ ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਜਾਣਕਾਰੀ ਮੁਤਾਬਕ ਟੋਰਾਂਟੋ ਤੇ ਨਿਊਯਾਰਕ ਤੋਂ ਅੰਮ੍ਰਿਤਸਰ ਵਾਸਤੇ 6 ਅਪ੍ਰੈਲ ਤੋਂ ਉਡਾਨਾਂ ਚਲਾਈਆਂ ਜਾਣਗੀਆਂ, ਜੋ ਕਿ ਨਿਊਜ਼ 에ਅਰ ਦੀਆਂ ਹੋਣਗੀਆਂ। ਹੁਣ ਜਿਨ੍ਹਾਂ ਨੇ ਵੀ ਟੋਰਾਂਟੋ ਤੇ ਨਿਊਯਾਰਕ ਤੋਂ ਪੰਜਾਬ ਦਾ ਸਫ਼ਰ ਕਰਨਾ ਹੈ, ਉਹਨਾਂ ਵਾਸਤੇ ਹਵਾਈ ਸਫ਼ਰ ਕਾਫੀ ਸੌਖਾ ਹੋ ਜਾਵੇਗਾ। ਕਾਫੀ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਖਬਰ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਇਹਨਾਂ ਪੰਜਾਬੀਆਂ ਨੂੰ ਹੁਣ ਵੱਡੀ ਖੁਸ਼ਖਬਰੀ ਮਿਲ ਚੁੱਕੀ ਹੈ, ਜਿੱਥੇ ਇਟਲੀ ਦੀ ਨਿਊਜ਼ 에ਅਰ ਨੇ 6 ਅਪ੍ਰੈਲ ਸਾਲ 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਤੇ ਅਮਰੀਕਾ ਦੇ ਨਿਊਯਾਰਕ ਨਾਲ ਉਡਾਨਾਂ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਊਜ਼ 에ਅਰ ਦੁਆਰਾ ਟੋਰਾਂਟੋ ਨਾਲ ਜੋੜੇ ਜਾਣ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਵਾਸਤੇ ਸਿੱਧੀਆਂ ਉਡਾਨਾਂ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਹ ਨਵੀਂ ਉਡਾਨ ਦੇ ਸ਼ੁਰੂ ਹੋਣ ਦੇ ਨਾਲ ਟੋਰਾਂਟੋ ਵਾਸਤੇ ਯਾਤਰੀਆਂ ਨੂੰ ਰਾਹਤ ਮਿਲੇਗੀ। ਇਸ ਬਾਰੇ ਦੱਸਿਆ ਗਿਆ ਕਿ 에ਅਰ ਨੇ ਦਸੰਬਰ 2022 ਵਿੱਚ ਮਿਲਾਨ, ਮਲਪੈਸਾ ਅਤੇ ਅੰਮ੍ਰਿਤਸਰ ਵਿਚਕਾਰ ਉਡਾਨਾਂ ਸ਼ੁਰੂ ਕੀਤੀਆਂ। 에ਅਰਲਾਈਨ ਨੇ ਕੋਵਿਡ-19 ਦੌਰਾਨ ਪਹਿਲੀ ਵਾਰ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ। ਨਾਲ ਹੀ ਅੰਮ੍ਰਿਤਸਰ ਤੋਂ ਮਿਲਾਨ ਦੇ ਅਤੇ ਰੋਮ ਦੇ 에ਅਰਪੋਰਟ ਤੱਕ ਵੀ ਉਹਨਾਂ ਵੱਲੋਂ ਚਾਰਟਰਡ ਉਡਾਨਾਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਲਗਾਤਾਰ ਉਡਾਨਾਂ ਸ਼ੁਰੂ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਤੋਂ ਇਹ ਉਡਾਨ ਵੀਰਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ ਸਵੇਰੇ 6:50 ਤੇ ਮਿਲਾਨ ਪਹੁੰਚੇਗੀ। ਇੱਥੋਂ ਫਿਰ ਸਵੇਰੇ 10 ਵਜੇ ਇਹ ਉਡਾਨ ਰਵਾਨਾ ਹੋ ਕੇ ਸ਼ੁੱਕਰਵਾਰ ਰਾਤ 9:15 ਤੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀ ਮਿਲਾਨ ਵਿਖੇ 3 ਘੰਟੇ 10 ਮਿੰਟ ਤੱਕ ਰੁਕਣਗੇ। ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫ਼ਰ ਸਿਰਫ 18 ਘੰਟੇ 45 ਮਿੰਟ ਅਤੇ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਦੂਰੀ 21 ਘੰਟੇ 15 ਮਿੰਟ ਦੇ ਵਿੱਚ ਪੂਰੀ ਕਰ ਲਈ ਜਾਵੇਗੀ। ਇਮੀਗ੍ਰੇਸ਼ਨ ਦੇ ਬਾਰੇ ਇਸ ਹਫ਼ਤੇ ਚੰਗੀ ਖਬਰ ਸਾਹਮਣੇ ਆਈ, ਜਿੱਥੇ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ। ਇਸ ਡਰਾਅ ਦੇ ਵਿੱਚ CRS ਸਕੋਰ ਪਹਿਲਾਂ ਦੇ ਮੁਕਾਬਲੇ ਹੇਠਾਂ ਦਰਜ ਕੀਤਾ ਗਿਆ, ਜਿਸ ਵਿੱਚ 40 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਤੇ ਇਸ ਡਰਾਅ ਦੇ ਵਿੱਚ ਕਿੰਨੇ ਉਮੀਦਵਾਰਾਂ ਦੀ ਕਿਸਮਤ ਜਾਗੀ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਐਕਸਪ੍ਰੈਸ ਐਂਟਰੀ ਦਾ ਜੋ ਤਾਜ਼ਾ ਡਰਾਅ ਕੱਢਿਆ ਗਿਆ, ਉਸ ਵਿੱਚ CRS ਸਕੋਰ ਹੇਠਾਂ ਆਇਆ। ਇਹ CRS ਸਕੋਰ 43 ਅੰਕ ਹੇਠਾਂ ਆਇਆ, ਜੋ ਕਿ ਚੰਗੀ ਖਬਰ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਸਾਲ ਦਾ 6ਵਾਂ ਡਰਾਅ ਕੱਢਿਆ ਗਿਆ, ਜਿਸ ਦਾ ਐਲਾਨ 1 ਮਾਰਚ ਸਾਲ 2023 ਦੌਰਾਨ ਕੀਤਾ ਗਿਆ। ਇਸ ਡਰਾਅ ਵਿੱਚ ਸਿਰਫ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਇਸ ਡਰਾਅ ਵਿੱਚ ਕੁੱਲ 667 ਲੋਕਾਂ ਦੀ ਕਿਸਮਤ ਜਾਗੀ ਹੈ, ਜਿੱਥੇ CRS ਸਕੋਰ 748 ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਦੇ ਵੱਡੇ ਡਰਾਅ ਕੁਝ ਸਮੇਂ ਲਈ ਰੋਕੇ ਗਏ। ਕੋਰੋਨਾ ਵਾਇਰਸ ਦੇ ਦੌਰਾਨ ਉਨ੍ਹਾਂ ਵੱਲੋਂ ਇਨ੍ਹਾਂ ਡਰਾਅ ਨੂੰ ਐਲਾਨ ਨਹੀਂ ਕੀਤਾ ਗਿਆ।
ਫਿਰ ਬਾਅਦ ਵਿੱਚ ਇਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਨਾਂ ਡਰਾਅਸ ਦੇ ਰਾਹੀਂ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ। ਇਸ ਵਾਰ ਦਾ ਜੋ ਤਾਜ਼ਾ ਡਰਾਅ ਨਿਕਲਿਆ ਉਸ ਵਿੱਚ ਪੀਐਨਪੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਹਨ। ਇਸ ਤੋਂ ਪਹਿਲਾਂ ਵੀ ਸਾਲ ਦੌਰਾਨ ਕਈ ਡਰਾਅ ਐਲਾਨ ਕੀਤੇ ਜਾ ਚੁੱਕੇ ਨੇ ਤੇ ਤਾਜ਼ਾ ਡਰਾਅ ਦੇ ਵਿੱਚ ਇੱਕ ਖਾਸ ਗੱਲ ਹੋ ਰਹੀ ਉਹ ਸੀ ਕਿ ਸੀਆਰਐਸ ਸਕੋਰ 43 ਅੰਕ ਹੇਠਾਂ ਆਇਆ। ਅੰਤਰਰਾਸ਼ਟਰੀ ਵਿਦਿਆਰਥੀ ਜਦੋਂ ਕੈਨੇਡਾ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਮਨਾਂ ਵਿੱਚ ਸਵਾਲ ਆਉਂਦਾ ਹੈ ਕਿ ਇੱਥੇ ਉਹ ਕਿਹੜੀ ਪਾਰਟ ਟਾਈਮ ਜੌਬ ਕਰਨਗੇ। ਹੁਣ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਆ ਕੇ ਕਿਹੜੀ ਨੌਕਰੀ ਕਰ ਸਕਦੇ ਨੇ, ਇਸ ਬਾਰੇ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥੀ 1 ਘੰਟੇ ਦਾ ਕਿੰਨਾ ਕਮਾ ਸਕਦੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਇਹ ਰਿਪੋਰਟ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਜੇ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਕਾਫੀ ਜ਼ਿਆਦਾ ਨੌਕਰੀਆਂ ਦੇ ਆਪਸ਼ਨਸ ਮਿਲ ਜਾਣਗੇ। ਕੋਈ ਵੀ ਨੌਕਰੀ ਕਰਕੇ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ। IRCC ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਅਲੱਗ-ਅਲੱਗ ਪਾਰਟ ਟਾਈਮ ਜੌਬਸ ਬਾਰੇ ਦੱਸਿਆ। ਇਹ ਨੌਕਰੀਆਂ ਕੁਝ ਇਸ ਪ੍ਰਕਾਰ ਹਨ। ਟੀਚਿੰਗ ਅਸਿਸਟੈਂਟਸ, ਜਿਸ ਵਾਸਤੇ ਤੁਹਾਨੂੰ $23 ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲਣਗੇ। ਇਸ ਤੋਂ ਬਾਅਦ ਸਰਵਰ ਬਾਰਟੈਂਡਰ ਦੇ ਤੌਰ ਤੇ ਉੱਪਰ $16 ਪ੍ਰਤੀ ਘੰਟੇ ਅਤੇ ਟਿਪਸ ਅਲੱਗ ਤੋਂ ਮਿਲਦੇ ਹਨ। ਰਾਈਡ ਸ਼ੇਅਰ ਡਰਾਈਵਰ ਦੀ ਨੌਕਰੀ ਕਰਨ ਤੇ ਐਵਰੇਜ ਪੇ $19 ਪ੍ਰਤੀ ਘੰਟੇ ਦੇ ਹਿਸਾਬ ਨਾਲ ਹੈ। ਟਿਊਟਰ $30 ਪ੍ਰਤੀ ਘੰਟਾ, ਫ੍ਰੀਲਾਂਸਰ $23 ਪ੍ਰਤੀ ਘੰਟਾ। ਇਸ ਤੋਂ ਇਲਾਵਾ ਹੋਰ ਵੀ ਕਈ ਨੌਕਰੀਆਂ ਨੇ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਆ ਕੇ ਕਰ ਸਕਦੇ ਨੇ। ਇੱਥੇ ਵੀ ਦੱਸਣਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੇ ਕੈਨੇਡਾ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਤੋਂ ਭਾਵ ਕਿ ਵਿਦਿਆਰਥੀ ਹੁਣ ਵੱਧ ਸਮਾਂ ਕੈਨੇਡਾ ਵਿੱਚ ਕੰਮ ਕਰ ਸਕਦੇ ਨੇ। ਘਰਾਂ ਦੀ ਸੇਲ ਬਾਰੇ ਖਬਰ ਸਾਹਮਣੇ ਆਈ ਹੈ, ਜਿੱਥੇ ਘਰਾਂ ਦੀ ਸੇਲ ਇੱਕ ਵਾਰ ਫਿਰ ਤੋਂ ਘੱਟ ਦਰਜ ਕੀਤੀ ਗਈ। ਇਸ ਵਾਰ ਦੇਖਣ 'ਚ ਆਇਆ ਕਿ ਘਰਾਂ ਦੀਆਂ ਕੀਮਤਾਂ ਜਨਵਰੀ ਮਹੀਨੇ ਦੇ ਮੁਕਾਬਲੇ ਵੱਧ ਦਰਜ ਕੀਤੀਆਂ, ਪਰ ਪਿਛਲੇ ਮਹੀਨੇ ਤੇ ਪਿਛਲੇ ਸਾਲ ਦੀ ਤੁਲਨਾ ਵਿੱਚ ਇੱਕ ਵਾਰ ਫਿਰ ਤੋਂ ਘੱਟ ਕਰ ਵੀ ਗਏ ਨੇ। ਇੱਕ ਵਾਰ ਫਿਰ ਤੋਂ ਘਰਾਂ ਦੀ ਸੇਲ ਹੇਠਾਂ ਆਈ ਹੈ। ਸੇਲ ਵਿੱਚ 18% ਦੀ ਗਿਰਾਵਟ ਦਰਜ ਕੀਤੀ ਗਈ। ਇਹ ਜਾਣਕਾਰੀ ਟੋਰਾਂਟੋ ਖੇਤਰ ਦੇ ਘਰਾਂ ਬਾਰੇ ਸਾਹਮਣੇ ਆਈ, ਜਿੱਥੇ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਫਰਵਰੀ ਮਹੀਨੇ ਦੀ ਤੁਲਨਾ ਵਿੱਚ ਘਰਾਂ ਦੀ ਸੇਲ 18% ਘੱਟ ਹੋਈ ਹੈ। ਜੀ ਹਾਂ, ਗ੍ਰੇਟਰ ਟੋਰਾਂਟੋ ਏਰੀਆ ਹੋਮ ਪ੍ਰਾਈਸ ਤੋਂ ਪਤਾ ਚੱਲਿਆ ਹੈ ਕਿ ਹੁਣ ਇੱਕ ਵਾਰ ਫਿਰ ਤੋਂ ਘਰਾਂ ਦੀ ਸੇਲ ਘੱਟ ਦਰਜ ਕੀਤੀ ਗਈ। ਟੋਰਾਂਟੋ ਰੀਜਨਲ ਰੀਅਲ ਐਸਟੇਟ ਬੋਰਡ ਵੱਲੋਂ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਫਰਵਰੀ ਮਹੀਨੇ ਐਵਰੇਜ ਸੈਲਿੰਗ ਪ੍ਰਾਈਸ $1,95,617 ਦਰਜ ਕੀਤਾ ਗਿਆ, ਜੋ ਕਿ ਜਨਵਰੀ ਮਹੀਨੇ ਦੀ ਤੁਲਨਾ ਵਿੱਚ 5% ਵੱਧ ਹੈ। ਜਨਵਰੀ ਮਹੀਨੇ ਇਹ ਕੀਮਤ $1,38,390 ਦੀ ਦੱਸੀ ਗਈ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਸੇਲ 4,783 ਦਰਜ ਕੀਤੀ ਗਈ, ਜੋ ਕਿ ਇੱਕ ਸਾਲ ਪਹਿਲਾਂ 9,028 ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਜਨਵਰੀ ਮਹੀਨੇ ਦੌਰਾਨ 3,094 ਦਾ ਅੰਕੜਾ ਸਾਹਮਣੇ ਆਇਆ ਸੀ। ਹੁਣ ਘਰਾਂ ਦੀ ਸੇਲ ਜੋ ਲਗਾਤਾਰ ਹੇਠਾਂ ਜਾ ਰਹੀ ਹੈ, ਉਸ ਪਿੱਛੇ ਵਿਆਜ ਦਰਾਂ 'ਚ ਹੋਏ ਵਾਧੇ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਬੈਂਕ ਆਫ ਕੈਨੇਡਾ ਵੱਲੋਂ ਕਈ ਵਾਰ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ, ਜਿਸ ਕਾਰਨ ਇਸ ਦਾ ਸਿੱਧਾ ਅਸਰ ਹਾਊਸਿੰਗ ਮਾਰਕੀਟ ਦੇ ਉੱਪਰ ਦੇਖਣ ਨੂੰ ਮਿਲਿਆ। ਕਰੋਨਾ ਕਾਲ ਦੇ ਦੌਰਾਨ ਜਿਸ ਵੇਲੇ ਘਰਾਂ ਦੀਆਂ ਕੀਮਤਾਂ ਕਾਫੀ ਜ਼ਿਆਦਾ ਸਨ, ਉਸ ਵੇਲੇ ਵੱਧ ਤੋਂ ਵੱਧ ਘਰ ਸੇਲ ਹੋ ਰਹੇ ਸਨ, ਪਰ ਜਦੋਂ ਕਰੋਨਾ ਪੈਂਡੈਮਿਕ ਤੋਂ ਬਾਅਦ ਘਰਾਂ ਦੀ ਕੀਮਤ ਹੇਠਾਂ ਆਈ ਤਾਂ ਲੋਕਾਂ ਵੱਲੋਂ ਘਰ ਘੱਟ ਖਰੀਦੇ ਗਏ। ਇਸ ਦਾ ਵੱਡਾ ਕਾਰਨ ਸੀ ਜੋ ਲਗਾਤਾਰ ਵਿਆਜ ਦਰਾਂ 'ਚ ਵਾਧਾ ਹੋਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਸ ਯੋਜਨਾ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕਈ ਮੁੱਦਿਆਂ ਦਾ ਜ਼ਿਕਰ ਕੀਤਾ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਦਿੰਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਨੇ ਇਸ ਬਾਰੇ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ ਵੀ ਜਨਤਕ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਕੁਝ ਵੱਡੇ ਐਲਾਨ ਕੀਤੇ ਗਏ, ਜਿੱਥੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੂਡ ਵੀ ਉਹਨਾਂ ਨਾਲ ਸਨ। ਉਹਨਾਂ ਵੱਲੋਂ ਇਹ ਐਲਾਨ ਮਿਸੀਸਾਗਾ ਦੇ ਵਿੱਚ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਕਾਫੀ ਹੋਰ ਗੱਲਾਂ ਦਾ ਵੀ ਜ਼ਿਕਰ ਕੀਤਾ ਗਿਆ। ਟਿਕਟੌਕ ਦੇ ਉੱਪਰ ਬੈਨ ਲਗਾਉਣ ਦੀ ਗੱਲ ਬਾਰੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਕਰੋਨਾ ਵਾਇਰਸ ਅਤੇ ਕੈਂਸਰ ਦਾ ਵੀ ਜ਼ਿਕਰ ਕੀਤਾ ਗਿਆ। ਕੀ ਕਹਿਣਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We take very seriously the freedom of expression, the freedom of Canadians to engage how they want online, but we also have very important principles around protection of data, protection of Canadian safety and security that we will always step up for. Like many countries around the world, we're looking carefully at how to ensure Canadians are kept safe online, and we're making the decision that for government employees, for government equipment,
it is better to not have them access TikTok because of the concerns that people have in terms of safety. This may be a first step. It may be the only step we need to take, but every step of the way we're going to be making sure we're keeping Canadians safe. And certainly, I suspect that as government takes the significant step of telling all federal employees that they can no longer use TikTok on their work phones, many Canadians, from businesses to private individuals, will reflect on the security of their own data and perhaps make choices in consequence. But I'm always a fan of giving Canadians the information for them to make the right decisions for them. ਪ੍ਰਵਾਸੀਆਂ ਦੀ ਕਿਸ਼ਤੀ ਨਾਲ ਇਸ ਹਫ਼ਤੇ ਵੱਡਾ ਹਾਦਸਾ ਵਾਪਰਿਆ ਜਿੱਥੇ ਕਈ ਲਾਸ਼ਾਂ ਅਧਿਕਾਰੀਆਂ ਦੇ ਹੱਥ ਲੱਗੀਆਂ ਨੇ। ਕਾਫੀ ਲੋਕਾਂ ਨੂੰ ਰੈਸਕਿਊ ਕਰਨ ਦੇ ਬਾਰੇ ਵੀ ਉਹਨਾਂ ਵੱਲੋਂ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਸੀ। ਇਹ ਮਾਮਲਾ ਇਟਲੀ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਪ੍ਰਵਾਸੀਆਂ ਦੀ ਕਿਸ਼ਤੀ ਨਾਲ ਵੱਡਾ ਹਾਦਸਾ ਵਾਪਰ ਗਿਆ। ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 61 ਦੇ ਕਰੀਬ ਲਾਸ਼ਾਂ ਮਿਲ ਚੁੱਕੀਆਂ ਨੇ ਤੇ ਅਜੇ ਵੀ ਕਈ ਲਾਪਤਾ ਦੱਸੇ ਜਾ ਰਹੇ ਨੇ। ਜੀ ਹਾਂ, ਇਹ ਖਬਰ ਇਟਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਟਲੀ ਦੇ ਤੱਟ ਤੇ ਪ੍ਰਵਾਸੀਆਂ ਨਾਲ ਭਰੀ ਹੋਈ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਇਟਲੀ ਦੇ ਦੱਖਣੀ ਤੱਟ ਤੇ ਇੱਕ ਕਿਸ਼ਤੀ ਨਾਲ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਕਿਸ਼ਤੀ ਵਿੱਚ 180 ਤੋਂ ਵੱਧ ਪ੍ਰਵਾਸੀ ਸਫ਼ਰ ਕਰ ਰਹੇ ਸਨ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਹਾਦਸਾ ਵਾਪਰ ਗਿਆ। ਖਬਰ ਲਿਖੇ ਜਾਣ ਤੱਕ 61 ਦੇ ਕਰੀਬ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ। ਇਹਨਾਂ ਵਿੱਚ ਕਈ ਬੱਚੇ ਵੀ ਸ਼ਾਮਲ ਨੇ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਦੇ ਡੁੱਬਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਵੀ ਕੁਝ ਲੋਕ ਲਾਪਤਾ ਨੇ ਜਿਨ੍ਹਾਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 80 ਦੇ ਕਰੀਬ ਲੋਕਾਂ ਨੂੰ ਰਾਹਤ ਕਰਮਚਾਰੀਆਂ ਵੱਲੋਂ ਬਚਾਇਆ ਗਿਆ, ਜਿਨ੍ਹਾਂ ਵਿੱਚੋਂ 21 ਨੂੰ ਹਸਪਤਾਲ ਵਿੱਚ ਭੇਜਿਆ ਗਿਆ। ਇਹ ਕਸ਼ਤੀ ਕਈ ਦਿਨ ਪਹਿਲਾਂ ਅਫਗਾਨਿਸਤਾਨ, ਈਰਾਨ ਅਤੇ ਹੋਰ ਕਈ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਲੈ ਕੇ ਤੁਰਕੀ ਤੋਂ ਰਵਾਨਾ ਹੋਈ ਸੀ ਤੇ ਮੌਸਮ ਦੇ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਕਰਮਚਾਰੀ ਲਗਾਤਾਰ ਆਪਣੇ ਕੰਮ ਵਿੱਚ ਜੁਟੇ ਹੋਏ ਨੇ। ਦੱਸੀਏ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਵਿੱਚ ਬਿਹਤਰ ਭਵਿੱਖ ਬਣਾਉਣ ਦੇ ਸੁਪਨੇ ਸਜਾ ਕੇ ਪ੍ਰਵਾਸੀ ਅਜਿਹਾ ਜ਼ੋਖਮ ਉਠਾਉਂਦੇ ਨੇ। ਇਸ ਘਟਨਾ ਦੇ ਉੱਪਰ ਪ੍ਰਧਾਨ ਮੰਤਰੀ ਦਾ ਵੀ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕੋਕੇਨ ਬਣਾਉਣ ਤੇ ਵੇਚਣ ਵਾਲੀ ਕੰਪਨੀ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ। ਉਹਨਾਂ ਵੱਲੋਂ ਜਿਸ ਗੱਲ ਨੂੰ ਲੈ ਕੇ ਦਾਅਵਾ ਕੀਤਾ ਗਿਆ, ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਉਹਨਾਂ ਨੂੰ ਸਵਾਲ ਪੁੱਛੇ ਨੇ। ਕੰਪਨੀ ਨੇ ਕਿਹਾ ਸੀ ਕਿ ਉਹਨਾਂ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਮਿਲ ਗਈ ਹੈ, ਪਰ ਹੈਲਥ ਕੈਨੇਡਾ ਇਸ ਬਾਰੇ ਕੁਝ ਹੋਰ ਹੀ ਬੋਲਦਾ ਹੋਇਆ ਦਿਖਾਈ ਦਿੱਤਾ। ਆਮ ਲੋਕਾਂ ਨੂੰ ਕੰਪਨੀ ਕੋਕੇਨ ਨਹੀਂ ਵੇਚ ਸਕਦੀ। ਕੋਕੇਨ ਬਣਾਉਣ ਅਤੇ ਵੇਚਣ ਦੀ ਮਨਜ਼ੂਰੀ ਮਿਲਣ ਦਾ ਦਾਅਵਾ ਕਰਨ ਵਾਲੀ ਕੰਪਨੀ ਤੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਹੈਰਾਨ ਹਨ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ਦੀ ਇੱਕ ਕੰਪਨੀ ਨੂੰ ਹੈਲਥ ਕੈਨੇਡਾ ਦੁਆਰਾ ਕੋਕੇਨ ਰੱਖਣ, ਪੈਦਾ ਕਰਨ, ਵੇਚਣ ਅਤੇ ਵੰਡਣ ਦਾ ਅਧਿਕਾਰ ਮਿਲਣ ਦੇ ਦਾਅਵੇ ਤੋਂ ਹੈਰਾਨ ਨੇ। ਲੈਂਗਲੀ ਸ਼ਹਿਰ ਦੀ ਲੈਬ ਨੇ ਬਿਆਨ ਦਿੱਤਾ ਕਿ ਹੈਲਥ ਕੈਨੇਡਾ ਦੁਆਰਾ 17 ਫਰਵਰੀ ਨੂੰ ਉਹਨਾਂ ਨੂੰ ਪਦਾਰਥਾਂ ਦੇ ਡੀਲਰ ਦੇ ਲਾਇਸੈਂਸ ਦੇ ਤਹਿਤ ਇੱਕ ਸੋਧ ਲਈ ਪ੍ਰਵਾਨਗੀ ਦਿੱਤੀ। ਇਸ ਬਾਰੇ ਪ੍ਰੀਮੀਅਰ ਨੇ ਕਿਹਾ ਕਿ ਜੇਕਰ ਹੈਲਥ ਕੈਨੇਡਾ ਨੇ ਅਜਿਹਾ ਕੀਤਾ ਤਾਂ ਉਹਨਾਂ ਨੇ ਅਜਿਹਾ ਸੂਬਾ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਕਿਉਂ ਕੀਤਾ। ਪ੍ਰੀਮੀਅਰ ਨੇ ਕਿਹਾ ਕਿ ਪ੍ਰੋਵਿੰਸ ਜਵਾਬ ਵਾਸਤੇ ਹੈਲਥ ਕੈਨੇਡਾ ਨਾਲ ਸੰਪਰਕ ਕਰੇਗਾ। ਓਵਰਡੋਜ਼ ਮੌਤ ਦਰ ਨੂੰ ਰੋਕਣ ਵਾਸਤੇ ਚੱਲ ਰਹੇ ਯਤਨਾਂ ਦਾ ਹਵਾਲਾ ਦਿੰਦਿਆਂ ਪ੍ਰੀਮੀਅਰ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਰੋਜ਼ ਔਸਤਨ 6 ਤੋਂ ਵੱਧ ਲੋਕ ਮਰ ਰਹੇ ਨੇ। ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਹੈਲਥ ਕੈਨੇਡਾ ਨੇ ਲਾਇਸੈਂਸ ਦੇਣ ਦੇ ਮਾਪਦੰਡਾਂ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਕੰਪਨੀ ਸਿਰਫ ਵਿਗਿਆਨਕ ਅਤੇ ਡਾਕਟਰੀ ਉਦੇਸ਼ਾਂ ਲਈ ਵੇਚਣ ਵਾਲੇ ਲਾਇਸੈਂਸਸ਼ੁਦਾ ਹਨ। ਹੈਲਥ ਕੈਨੇਡਾ ਨੇ ਕਿਹਾ ਕਿ ਲੈਬ ਸਿਰਫ ਉਹਨਾਂ ਹੋਰ ਲਾਇਸੈਂਸ ਧਾਰਕਾਂ ਨੂੰ ਵੇਚ ਸਕਦੀ ਹੈ ਜਿਨ੍ਹਾਂ ਕੋਲ ਆਪਣੀ ਲਾਇਸੈਂਸ ਤੇ ਕੋਕੇਨ ਸੂਚੀਬੱਧ ਹੈ, ਜਿਵੇਂ ਕਿ ਫਾਰਮਾਸਿਸਟ, ਪ੍ਰੈਕਟੀਸ਼ਨਰ, ਹਸਪਤਾਲ ਜਾਂ ਫਿਰ ਕੁਝ ਹੋਰ ਨੂੰ ਛੋਟ ਦਿੱਤੀ ਗਈ ਹੈ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਾਲ ਹੀ ਕੋਕੇਨ ਸਮੇਤ 2.5 ਗ੍ਰਾਮ ਤੱਕ ਦੇ ਨਸ਼ੀਲੇ ਪਦਾਰਥ ਰੱਖਣ ਨੂੰ ਅਧਿਕਾਰਤ ਸ਼੍ਰੇਣੀ ਵਿੱਚੋਂ ਬਾਹਰ ਕੱਢਿਆ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਸਾਲ 2015 ਦੌਰਾਨ ਡਰੱਗ ਓਵਰਡੋਜ਼ ਦੇ ਮੁੱਦੇ ਨੂੰ ਲੈ ਕੇ ਐਮਰਜੈਂਸੀ ਐਲਾਨੀ ਗਈ। ਸੂਬੇ ਵਿੱਚ ਸਾਲ 2019 ਦੌਰਾਨ ਡਰੱਗ ਓਵਰਡੋਜ਼ ਨਾਲ 984 ਵਿਅਕਤੀਆਂ ਦੀ ਮੌਤ ਹੋ ਗਈ, ਜੋ ਕਿ ਸਾਲ 2020 ਦੌਰਾਨ 1700 ਤੋਂ ਵੱਧ ਵਿਅਕਤੀਆਂ ਦੀਆਂ ਜਾਨਾਂ ਜਾਣ ਬਾਰੇ ਦੱਸਿਆ ਗਿਆ। 2021 ਦੌਰਾਨ 2224 ਲੋਕਾਂ ਦੀ ਡਰੱਗ ਓਵਰਡੋਜ਼ ਕਾਰਨ ਜਾਨ ਗਈ ਹੈ। ਇਸ ਤੋਂ ਇਲਾਵਾ ਹੈਲਥ ਕੈਨੇਡਾ ਦੇ ਬਿਆਨ ਵਿੱਚ ਕਿਹਾ ਗਿਆ ਕਿ ਜੇਕਰ ਸਖਤ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾ ਸਕਦੀ ਤਾਂ ਹੈਲਥ ਕੈਨੇਡਾ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕਰੇਗਾ, ਜਿਸ ਵਿੱਚ ਲਾਇਸੈਂਸ ਨੂੰ ਰੱਦ ਕਰਨਾ ਵੀ ਸ਼ਾਮਿਲ ਹੈ। ਕੈਨੇਡਾ ਵਿੱਚ ਇਸ ਹਫ਼ਤੇ ਟਿਕਟੌਕ ਬੈਨ ਕਰ ਦਿੱਤਾ ਗਿਆ। ਟਰੂਡੋ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ, ਜਿੱਥੇ ਉਹਨਾਂ ਨੇ ਇਹ ਕਾਰਨ ਵੀ ਸਪਸ਼ਟ ਕੀਤਾ ਹੈ ਕਿ ਆਖਿਰਕਾਰ ਕੈਨੇਡਾ ਦੇ ਵਿੱਚ ਟਿਕਟੌਕ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਹੈ। ਖਾਸ ਤੌਰ ਦੇ ਉੱਪਰ ਸਿਕਿਉਰਿਟੀ ਦਾ ਜ਼ਿਕਰ ਕੀਤਾ ਗਿਆ।
ਇਸ ਤੋਂ ਬਾਅਦ ਕਈ ਵੱਡੇ ਲੀਡਰਾਂ ਨੇ ਵੀ ਆਪਣੇ ਅਕਾਊਂਟ ਸਸਪੈਂਡ ਕਰ ਦਿੱਤੇ। ਅੱਜ ਤੋਂ ਕੈਨੇਡਾ ਸਰਕਾਰ ਵੱਲੋਂ ਟਿਕਟੌਕ ਦੇ ਉੱਪਰ ਬੈਨ ਲਗਾ ਦਿੱਤਾ ਗਿਆ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਸਾਰੇ ਫੈਡਰਲ ਡਿਵਾਈਸਿਸ ਤੋਂ ਹੁਣ ਟਿਕਟੌਕ ਨੂੰ ਬੈਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਕਾਰਨ ਸਪਸ਼ਟ ਕੀਤਾ ਗਿਆ ਕਿ ਆਖਿਰਕਾਰ ਟਿਕਟੌਕ ਦੇ ਖਿਲਾਫ ਉਹਨਾਂ ਵੱਲੋਂ ਇੱਕ ਕਦਮ ਕਿਉਂ ਚੁੱਕਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਬਾਰੇ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Obviously, we take very seriously the freedom of expression, the freedom of Canadians to engage how they want online, but we also have very important principles around protection of data, protection of Canadian safety and security that we will always step up for. Like many countries around the world, we're looking carefully at how to ensure Canadians are kept safe online, and we're making the decision that for government employees, for government equipment, it is better to not have them access TikTok because of the concerns that people have in terms of safety. This may be a first step. It may be the only step we need to take, but every step of the way, we're going to be making sure we're keeping Canadians safe. And certainly, I suspect that as government takes the significant step of telling all federal employees that they can no longer use TikTok on their work phones, many Canadians, from businesses to private individuals, will reflect on the security of their own data and perhaps make choices in consequence. But I'm always a fan of giving Canadians the information for them to make the right decisions for them. ਨਵੀਂ ਪਾਲਿਸੀ ਦੇ ਬਾਰੇ ਮੰਤਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਗਿਆ ਕਿ ਇਸ ਨਵੀਂ ਪਾਲਿਸੀ ਦੇ ਨਾਲ ਕਿਹਨਾਂ ਨੂੰ ਫਾਇਦਾ ਹੋਵੇਗਾ। ਹੁਣ ਕਿਹੜੀ ਪਾਲਿਸੀ ਦਾ ਮੰਤਰੀਆਂ ਵੱਲੋਂ ਜ਼ਿਕਰ ਕੀਤਾ ਗਿਆ, ਤੁਹਾਨੂੰ ਸਾਰੀ ਡਿਟੇਲ ਇਸ ਖਬਰ ਵਿੱਚ ਦੱਸਾਂਗੇ। ਮੰਤਰੀ ਮਾਰਕ ਵੱਲੋਂ ਨਵੀਂ ਪਾਲਿਸੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਡਿਟੇਲ ਸਾਂਝੀ ਕੀਤੀ ਹੈ। ਕੀ ਕਹਿਣਾ ਹੈ ਉਹਨਾਂ ਦਾ, ਇਸ ਬਾਰੇ ਆਓ ਤੁਹਾਨੂੰ ਸੁਣਾਉਂਦੇ ਹਾਂ। You have a series of modern treaties that we call modern treaties, but that have elements in them that need review or that need constant monitoring as part of, importantly in this day and age, the implementation of the United Nations Declaration on the Rights of Indigenous Peoples. So Canada can't get away with impunity every time it chooses or ignores, and I think that's it. The ignorance is a very active tool that's used not to actually get things done. And as President Clayton said, no one said this was going to be easy, but we certainly didn't have to make it harder in the first place. And I think that is, the challenge that they see when you have an independent public service, when you have governments, and it's not limited to the public service. It is doing a great job in a number of areas, but when it comes to relationships with Indigenous peoples, there's a lot of work to be done in creating that muscle memory that'll survive a government like ours, and actually have that memory within the government and the mechanism with which to interact on a daily basis. Like President Kutirk was sharing with me earlier, that you can't, it's very frustrating to have to spend hours on end re-educating people about the basic premises of the relationship that they should know about in the first place. It's also very frustrating at a ministerial level to be talking about particular clauses that should be instituted as a matter of muscle memory. So that, the government of Canada is far from guiltless in this, but having those elements in place, including a meeting with the Prime Minister, which is an accountability mechanism in and of itself. It's not a photo op. Having a policy circle where technicians and people with advanced knowledge of that relationship can get together and iron out throughout the various departments what work needs to be done and implemented is an actual key component of that. And then oversight. There have been various propositions from the coalition as to what that would look like, whether there is a mechanism of, naming and shaming within the Office of the Auditor General. Which has its limits given the nature of that role. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਮਿਲੇਗਾ ਵਰਕ ਪਰਮਿਟ, ਕੈਨੇਡਾ ਤੋਂ ਹੋਇਆ ਵੱਡਾ ਐਲਾਨ। ਟੀਆਰ ਨੂੰ ਮਿਲੀ ਰਾਹਤ, ਕੀਤੀ ਕੈਨੇਡਾ ਨੇ ਖਤਮ ਬਾਇਓਮੈਟ੍ਰਿਕਸ ਦੀ ਛੋਟ ਖਤਮ ਕਰਨ ਦਾ ਐਲਾਨ। ਅੰਤਰਰਾਸ਼ਟਰੀ ਰੋਮਿੰਗ ਫੀਸ ਵਿੱਚ ਵਾਧਾ, ਟੈਲੀਕਾਮ ਕੰਪਨੀ ਨੇ ਕੀਤਾ ਐਲਾਨ। ਕੈਨੇਡਾ ਤੋਂ ਪੰਜਾਬ ਆਉਣ ਵਾਲਿਆਂ ਲਈ ਖੁਸ਼ਖਬਰੀ, ਟੋਰਾਂਟੋ ਤੋਂ ਅੰਮ੍ਰਿਤਸਰ ਵਿੱਚ ਉਡਾਨ ਸ਼ੁਰੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।